ਹੈਲੋ ਸਟੂਡੈਂਟਸ ਤੇ ਬੱਚੇ ਅੱਜ ਆਪਾਂ ਕਰਨੀ ਆ ਕੈਨੀਜ਼ਾਰੋ ਰਿਐਕਸ਼ਨ। ਇਹ ਤੋਂ ਪਹਿਲਾਂ ਆਪਾਂ ਕਰ ਚੁੱਕੇ ਆ ਅਲਡੋਲ ਕੰਡੈਂਸੇਸ਼ਨ ਰਿਐਕਸ਼ਨ। ਠੀਕ ਹੈ, ਅਲਡੋਲ ਕੰਡੈਂਸੇਸ਼ਨ ਰਿਐਕਸ਼ਨ ਹੁੰਦੀ ਸੀ, ਉਹਦੇ ਲਈ ਇੱਕ ਕੰਡੀਸ਼ਨ ਸੀਗੀ। ਕੰਡੀਸ਼ਨ ਕੀ ਸੀਗੀ? ਐਲਫਾ ਹਾਈਡਰੋਜਨ ਕੇ ਮੋਲੀਕਿਊਲ ਕੋਲ ਕੀ ਹੋਣੀ ਚਾਹੀਦੀ? ਐਲਫਾ ਹਾਈਡਰੋਜਨ, ਤੇ ਰਿਐਕਟ ਕਰਦੀ ਸੀ ਬੇਸ ਦੇ ਨਾਲ। ਠੀਕ ਹੈ, ਤੇ ਬੇਸਿਕਲੀ ਜਿਹੜੀ ਇਹ ਰਿਐਕਸ਼ਨ ਕਰਨੀ ਹੈ ਇਹਦੇ ਵਿੱਚ ਆਪਾਂ ਦੇਖਣਾ ਕਿ ਜਿਹੜੇ ਐਲਡੀਹਾਈਡ ਜਾਂ ਕੀਟੋਨ ਆ, ਠੀਕ ਹੈ ਨਾ, ਬੇਸਿਕਲੀ ਇਹਦੇ ਵਿੱਚ ਐਲਡੀਹਾਈਡ ਹੀ ਹੋਣੇ ਆ। ਠੀਕ ਹੈ ਨਾ, ਐਲਡੀਹਾਈਡ ਜਿਹਨਾਂ ਕੋਲ ਐਲਫਾ ਹਾਈਡਰੋਜਨ ਨਹੀਂ ਆ, ਉਹਨਾਂ ਨੂੰ ਜਦੋਂ ਆਪਾਂ ਐਲਕਲੀ ਦੀ ਪ੍ਰੈਜ਼ੈਂਸ ਦੇ ਵਿੱਚ ਹੀਟ ਕਰਦੇ ਹਾਂ ਤੇ ਉਹਨਾਂ ਨੇ ਜਿਹੜੀ ਰਿਐਕਸ਼ਨ ਦੇਣੀ ਹੈ। ਠੀਕ ਹੈ ਨਾ, ਲਿਖਣਾ ਕੀ ਹੈ, ਥੋੜਾ ਕੁ ਲਿਖ ਲਓ, ਨੋ ਐਲਫਾ ਹਾਈਡਰੋਜਨ। ਇਹਨਾਂ ਕੋਲ ਐਲਫਾ ਹਾਈਡਰੋਜਨ ਨਹੀਂ ਆ ਤੇ ਰਿਐਕਟ ਕਿਹਦੇ ਨਾਲ ਕਰਦੇ ਪਏ ਆ? ਠੀਕ ਹੈ, ਰਿਐਕਟ ਕਰਦੇ ਪਏ ਆ ਡਿਲੂਟ ਐਲਕਲੀ ਨਾਲ। ਐਲਕਲੀ ਹੀ ਲਿਖ ਲਓ। ਐਲਕਲੀ ਦੇ ਵਿੱਚ ਤੁਹਾਡੇ ਕੋਲ ਸੋਡੀਅਮ ਹਾਈਡਰੋਕਸਾਈਡ ਹੋ ਸਕਦਾ ਹੈ, ਠੀਕ ਹੈ, ਪੋਟਾਸ਼ੀਅਮ ਹਾਈਡਰੋਕਸਾਈਡ ਹੋ ਸਕਦਾ। ਉਹ ਐਲਡੀਹਾਈਡ ਜਿਨ੍ਹਾਂ ਕੋਲ ਐਲਫਾ ਹਾਈਡਰੋਜਨ ਨਾ ਹੋਵੇ, ਉਹ ਜਦੋਂ ਡਿਲੂਟ ਐਲਕਲੀ ਨਾਲ ਰਿਐਕਟ ਕਰਨ ਤੇ ਰਿਐਕਸ਼ਨ ਨੂੰ ਆਪਾਂ ਕਿਆ ਬੋਲਾਂਗੇ? ਕੈਨੀਜ਼ਾਰੋ ਰਿਐਕਸ਼ਨ। ਓਕੇ, ਬੜਾ ਸਿੰਪਲ ਜਿਹਾ ਇਹਦੇ ਵਿੱਚ, ਇਹਨੂੰ ਮੈਂ ਥੋੜਾ ਸਿੰਪਲ ਕਰਕੇ ਲਿਖਣ ਲੱਗਾ। ਜਿੱਦਾਂ ਤੁਹਾਡੇ ਕੋਲ ਇਹ ਕਿਆ ਆ? ਫਾਰਮੈਲਡੀਹਾਈਡ, ਇੱਕ ਹੋਰ ਫਾਰਮੈਲਡੀਹਾਈਡ ਲਿਆ। ਠੀਕ ਹੈ, ਠੀਕ ਹੈ, ਇਹਨੂੰ ਇਸ ਤਰ੍ਹਾਂ ਵੀ ਲਿਖ ਸਕਦੇ ਸੀਗੇ। ਚਲੋ ਲਿਖ ਹੀ ਦਿੰਨੇ ਆ, ਬੱਚੇ ਮੰਨ ਕੇ ਸੱਚੇ। ਇਹ ਕਿਆ ਹੋ ਗਿਆ? ਐਲਡੀਹਾਈਡ, ਫਾਰਮੈਲਡੀਹਾਈਡ ਆ। ਠੀਕ ਹੈ, ਇਹ ਹੁਣ ਦੇਖੋ ਇਹਨਾਂ ਕੋਲ ਐਲਫਾ ਹਾਈਡਰੋਜਨ ਹੈਗੀ ਆ, ਇਹਨਾਂ ਕੋਲ ਐਲਫਾ ਹਾਈਡਰੋਜਨ ਨਹੀਂ ਆ। ਇਹਨੂੰ ਜਦੋਂ ਆਪਾਂ ਇਹਦੇ ਵਿੱਚ ਪਾਇਆ ਡਿਲੂਟ ਵੀ ਡਿਲੂਟ ਨਹੀਂ ਪਾਉਂਦੇ ਪਏ, ਬੇਸਿਕਲੀ ਇਹਦੇ ਵਿੱਚ ਡਿਲੂਟ ਨਾ ਲਿਖੋ। ਠੀਕ ਹੈ, ਇਹਦੇ ਵਿੱਚ ਡਾਇਰੈਕਟ ਤੁਸੀਂ ਸੋਡੀਅਮ ਹਾਈਡਰੋਕਸਾਈਡ ਪਾਓ। ਠੀਕ ਹੈ, ਨਾਲ ਉਹਨੂੰ ਕਰ ਦਿਓ ਹੀਟ। ਤੁਸੀਂ ਸਿੰਪਲ ਜੇ ਗੱਲ ਜਿਹੜੀ ਯਾਦ ਰੱਖਣੀ ਆ, ਇੱਕ ਐਲਡੀਹਾਈਡ ਦੀ ਅਲਕੋਹਲ ਬਣਾ ਦੇਣੀ ਹੈ, ਦੂਸਰੇ ਦਾ ਐਸਿਡ ਬਣਾ ਦੇਣਾ ਹੈ। ਠੀਕ ਹੈ, ਇੱਕ ਦਾ ਕੀ ਬਣਾ ਦੇਣਾ? ਐਲਕੋਹਲ, ਦੂਸਰੇ ਦਾ ਐਸਿਡ। ਬਟ ਜਿਹੜਾ ਇਹਦਾ ਐਸਿਡ ਬਣਾਉਣਾ ਆ, ਉਹ ਐਸਿਡ ਬਣਾਉਣਾ ਆ ਤੁਸੀਂ ਦੂਸਰਾ, ਕਿਆ ਉਹਦਾ ਨਾਮ ਹੈ? ਸੋਡੀਅਮ। ਇਹਦੇ ਅਕੋਰਡਿੰਗ ਐਸਿਡ ਬਣਨਾ ਹੈ। ਠੀਕ ਹੈ, ਜਿੱਦਾਂ ਇੱਕ ਕਾਰਬਨ ਆ, ਇੱਕ ਕਾਰਬਨ ਵਾਲੇ ਦਾ ਕਿਆ ਬਣੂਗਾ? ਮੀਥੇਨਲ, ਮੀਥੇਨੋਲ। CH3OH ਬਣ ਗਿਆ, ਇਹਦਾ ਕੀ ਬਣੂਗਾ? ਪਲੱਸ HC ਡਬਲ ਬੌਂਡ O, ਇੱਥੇ Na ਲਿਖਣਾ ਆ। ਇਹ ਬਣ ਗਿਆ ਮਿਥਾਈਲ ਅਲਕੋਹਲ, ਤੇ ਦੂਸਰੇ ਪਾਸੇ ਬਣਿਆ ਸੋਡੀਅਮ ਫਾਰਮੇਟ। ਸੋਡੀਅਮ ਫਾਰਮੇਟ। ਠੀਕ ਹੈ, ਬੜੀ ਸਿੰਪਲ ਜਿਹੀ ਚੀਜ਼ ਆ। ਤੇ ਬੇਟਾ ਜਿਹੜੀ ਇਹ ਰਿਐਕਸ਼ਨ ਹੋਣੀ ਹੈ ਤੁਹਾਨੂੰ ਪੇਪਰ 'ਚ ਕਿਸ ਤਰ੍ਹਾਂ ਆ ਸਕਦੀ ਹੈ, ਇਹਨੂੰ ਦੇਖ ਲੈਣਾ। ਤੁਹਾਨੂੰ ਉਹਨੇ ਇਸ ਤਰ੍ਹਾਂ ਲਿਖਿਆ ਹੋਣਾ, ਫਾਰਮੈਲਡੀਹਾਈਡ ਪਲੱਸ NaOH ਕੰਪਲੀਟ ਦਿਸ ਰਿਐਕਸ਼ਨ। ਠੀਕ ਆ, ਹੁਣ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਹਦੇ ਕੋਲ ਐਲਫਾ ਹਾਈਡਰੋਜਨ ਨਹੀਂ ਆ ਤੇ ਇਹ ਇੱਕ ਬੇਸ ਨਾਲ ਰਿਐਕਟ ਹੋ ਰਹੀ ਹੈ, ਇਹਦੇ ਵਿੱਚ ਕਾਹਦੀ ਫਾਰਮੇਸ਼ਨ ਹੋਊਗੀ। ਠੀਕ ਹੈ, ਕੀ ਲਿਖ ਕੇ ਆਣਾ ਤੁਸੀਂ? ਹੁਣ ਆਪਣੇ ਸਮਝ ਲਈ, ਇਹਦੇ ਮੂਹਰੇ ਦੋ ਮੋਲੀਕਿਊਲ ਲਗਾ ਦੇਣੇ। ਇੱਕ ਦਾ ਕਿਆ ਲਿਖ ਦੇਣਾ? ਇੱਕ ਦਾ ਮਿਥਾਈਲ ਅਲਕੋਹਲ ਬਣਾ ਦਿਓ, ਦੂਸਰੇ ਦਾ ਫਾਰਮੇਟ, ਸੋਡੀਅਮ ਫਾਰਮੇਟ। ਠੀਕ ਹੈ, ਅੱਗੇ ਮੈਂ ਰਿਐਕਟੈਂਟ ਲਿਖ ਦਿੰਦਾ, ਤੁਸੀਂ ਵੀਡੀਓ ਪੌਜ਼ ਕਰਕੇ ਰਿਐਕਸ਼ਨ ਨੂੰ ਖੁਦ ਕੰਪਲੀਟ ਕਰਨ ਦੀ ਕੋਸ਼ਿਸ਼ ਕਰਿਓ। ਓਕੇ, ਇਹਨਾਂ ਤੁਹਾਡੀ ਪ੍ਰੈਕਟਿਸ ਵਧੀਆ ਹੋ ਜਾਂਦੀ ਹੁੰਦੀ ਆ। ਪਹਿਲਾਂ ਤਾਂ ਤੁਹਾਨੂੰ ਇਹਦਾ ਕਾਮਨ ਨੇਮ ਪਤਾ ਹੋਣਾ ਚਾਹੀਦਾ। ਠੀਕ ਹੈ, ਆਪਣੇ ਮਨ ਦੇ ਵਿੱਚ ਸੋਚ ਲਓ ਇਹਦਾ ਕਾਮਨ ਨੇਮ ਕੀ ਹੋਊਗਾ। ਠੀਕ ਹੈ, ਤੇ ਹੁਣ ਮੈਂ ਲਿਖਣ ਲੱਗਾ ਕਿਆ ਨਾਮ ਆ ਇਹਦਾ? ਬੈਨਜ਼ੈਲਡੀਹਾਈਡ। ਇਹਦੇ ਵਿੱਚ NaOH ਪਾਇਆ। ਠੀਕ ਹੈ, ਇਹਦੇ ਮੂਹਰੇ ਤੁਸੀਂ ਦੋ ਲਿਖ ਦੇਣੇ ਆ, ਦੋ ਮੋਲੀਕਿਊਲ। ਇੱਕ ਦਾ ਕੀ ਬਣਾ ਦੇਣਾ? ਇਹਦਾ ਐਲਕੋਹਲ ਬਣਾ ਦੇਣਾ, ਦੂਸਰੇ ਦਾ OONA ਲਿਖ ਦੇਣਾ। ਠੀਕ ਹੈ, ਨਾਮ ਦੀ ਗੱਲ ਆਪਾਂ ਬਾਅਦ ਚ ਕਰਾਂਗੇ। CH2
OH, ठीक है। ਤੇ ਦੂਸਰਾ ਜਿਹੜਾ ਹੋਣਾ ਉਹਦਾ ਕਿਆ ਲਿਖ ਦੇਣਾ, ਇਹਦੇ ਵਿੱਚ ਲਿਖ ਦੇਣਾ ਤੁਸੀਂ COONA। ਜੇ ਹੁਣ ਇਹ NA ਦੀ ਜਗ੍ਹਾ H ਹੁੰਦਾ, ਠੀਕ ਹੈ, ਲਾਸਟ ਵਿੱਚ NA ਆ, ਇਹਦੀ ਜਗ੍ਹਾ H ਹੁੰਦਾ, ਫਿਰ ਇਹਦਾ ਨਾਮ ਕਿਆ ਹੋਣਾ ਸੀ, ਇਹਦਾ ਨਾਮ ਹੋਣਾ ਸੀ ਬੈਂਜ਼ੋਇਕ ਐਸਿਡ, ਠੀਕ ਹੈ। ਤੇ ਹੁਣ ਆਪਾਂ ਇਹਨੂੰ ਬੋਲਣਾ, ਜੇ ਉੱਥੇ ਸੋਡੀਅਮ ਲੱਗ ਗਿਆ ਇਹਦਾ ਨਾਮ ਬਣ ਜਾਣਾ ਸੋਡੀਅਮ ਬੈਂਜ਼ੋਏਟ, ਠੀਕ ਹੈ। ਨਾਮ ਬਣਾਉਣੇ ਵੀ ਤੁਸੀਂ ਦੇਖ ਲੈਣੇ, ਸੋਡੀਅਮ ਬੈਂਜ਼ੋਏਟ। ਇਹ ਕੀ ਹੋਊਗਾ, ਇਹ ਹੁੰਦੀ ਬੈਂਜ਼ਾਈਲ ਐਲਕੋਹਲ। ਇਹ ਸ਼ਾਇਦ ਤੁਹਾਨੂੰ ਮੈਂ ਪੁਰਾਣੀਆਂ ਵੀਡੀਓ ਦੇ ਵਿੱਚ ਕਿਤੇ ਕਰਵਾਇਆ ਹੋਇਆ ਆ, ਬੈਂਜ਼ਾਈਲ ਕਿਹੜੀ ਹੁੰਦੀ ਆ, ਬੈਂਜ਼ਲ ਕਿਹੜੀ ਹੁੰਦੀ ਆ, ਠੀਕ ਹੈ, ਉਹਨਾਂ ਨੂੰ ਦੇਖ ਲੈਣਾ। ਇਹ ਤੁਹਾਡੀਆਂ ਇਸ ਤਰ੍ਹਾਂ ਹੀ ਜਿਹੜੀ ਰਿਐਕਸ਼ਨ ਚੱਲਦੀ ਪਈ ਹੈ, ਇਹਨੂੰ ਆਪਾਂ ਕਿਆ ਬੋਲਦੇ ਪਏ, ਸਾਡੀ ਹੈਗੀ ਹੈ ਕੈਨੀਜ਼ਾਰੋ ਰਿਐਕਸ਼ਨ, ਓਕੇ ਬੇਟਾ। ਉਹਦੇ ਬਾਅਦ ਚ ਆਪਾਂ ਕਰਨੀ ਹੈ ਟਿਸ਼ੈਨਕੋ ਰਿਐਕਸ਼ਨ, ਇਹਨੂੰ ਜੋ ਮਰਜ਼ੀ ਬੋਲੋ ਜਿੱਦਾਂ ਤੁਹਾਨੂੰ ਖੁਸ਼ੀ ਮਿਲਦੀ ਹੈ, ਠੀਕ ਹੈ ਨਾ। ਟਿਸ਼ੈਨਕੋ ਰਿਐਕਸ਼ਨ ਆ, ਇਹਦੇ ਵਿੱਚ ਤੁਸੀਂ ਯਾਦ ਕੀ ਰੱਖਣਾ, ਇਹ ਮੋਡੀਫਾਈਡ ਫਾਰਮ ਆ ਕੈਨੀਜ਼ਾਰੋ ਰਿਐਕਸ਼ਨ ਦੀ। ਕਿਆ ਆ, ਮੋਡੀਫਾਈਡ ਫਾਰਮ ਆਫ ਕੈਨੀਜ਼ਾਰੋ ਰਿਐਕਸ਼ਨ, ਮੋਡੀਫਾਈਡ ਫਾਰਮ ਆਫ ਕੈਨੀਜ਼ਾਰੋ ਰਿਐਕਸ਼ਨ ਆ। ਤੇ ਇਹਦੇ ਵਿੱਚ ਜਿਹੜਾ ਇਹਦੇ ਵਿੱਚ ਐਲਡੀਹਾਈਡ ਨੂੰ ਆਪਾਂ ਰਿਐਕਟ ਕਰਵਾਨੇ ਆ ਇਨ ਦੀ ਪ੍ਰੈਜ਼ੈਂਸ ਆਫ ਐਲੂਮੀਨੀਅਮ ਇਥੋਕਸਾਈਡ, ਕਿਹਦੀ ਪ੍ਰੈਜ਼ੈਂਸ ਦੇ ਵਿੱਚ ਐਡ ਕਰਦੇ ਆ, ਐਲੂਮੀਨੀਅਮ ਇਥੋਕਸਾਈਡ, ਠੀਕ ਹੈ। ਥੋੜਾ ਜਿਹਾ ਉਹ ਤੋਂ ਅੱਗੇ ਵਾਲਾ ਸਟੈਪ ਆ, ਅਦਰਵਾਈਜ਼ ਇਹ ਸੇਮ ਉਹੀ ਚੀਜ਼ ਆ। ਇਹਦੇ ਵਿੱਚ ਤੁਸੀਂ ਇੱਕ ਕਿਆ ਲਿਖਿਆ, ਇਹ ਮੈਂ ਨਾਮ ਦੱਸ ਦਿਓ ਮੜਾ ਜਿਹਾ, एसिटैल्डिहाइड, क्या लिख दिया, एसिटैल्डिहाइड, ठीक है। इसको बच्चे हमने रिएक्ट करवाया आपस में इन दी प्रेजेंस ऑफ एलुमिनियम इथॉक्साइड। ਹੁਣ ਇਥੋਕਸਾਈਡ ਦਾ ਨਾਮ, ਇਥੋਕਸਾਈਡ ਕਿੱਦਾਂ ਬਣੂਗਾ, ਥੋੜਾ ਕੁ ਸੋਚਣਾ ਆ, ਠੀਕ ਹੈ। ਇਥੋਕਸਾਈਡ ਹੁੰਦਾ ਆ ਜਿੱਦਾਂ CH3, ਇਹਨੂੰ ਆਪਾਂ ਕਿਆ ਬੋਲਦੇ ਆ, ਈਥੇਨ ਬੋਲਦੇ ਆ। ਤੁਸੀਂ ਇਹ ਵਾਲੀ ਇੱਥੋਂ ਇੱਕ H ਕੱਢ ਕੇ ਉਹਦੀ ਜਗ੍ਹਾ ਇਹਦਾ O ਲਗਾਤੀ, ਜਿਹੜੀ ਕਿਸੇ ਦੇ ਨਾਲ ਜੁੜੀ ਹੋਈ ਆ, ਠੀਕ ਹੈ, ਇਹਨੂੰ ਬੋਲਦੇ ਇਥੋਕਸਾਈਡ। ਐਲੂਮੀਨੀਅਮ ਦੇ ਨਾਲ ਇਦਾਂ ਦੇ ਕਿੰਨੇ ਜੁੜਨਗੇ, 3। ਐਲੂਮੀਨੀਅਮ ਇਥੋਕਸਾਈਡ ਬਣਦਾ AlOC2H5 ਦੀ 3 ਐਲੂਮੀਨੀਅਮ ਇਥੋਕਸਾਈਡ। ਹੁਣ ਇਹ ਕਿਹਦੀ ਮੋਡੀਫਾਈਡ ਫਾਰਮ ਆ, ਕੈਨੀਜ਼ਾਰੋ ਦੀ, ਮਤਲਬ ਇੱਕ ਦਾ ਕੀ ਬਣੂਗਾ, ਇੱਕ ਦਾ ਐਸਿਡ ਬਣੂਗਾ, ਦੂਸਰੇ ਦਾ ਕੀ ਬਣੂਗਾ, ਐਲਕੋਹਲ ਬਣੂਗਾ। ਕੁਝ ਖਾਸ ਨਹੀਂ ਕਰਨਾ, CH3CH2OH, ਪਹਿਲੇ ਦਾ ਐਲਕੋਹਲ ਬਣਾਤਾ, ਦੂਸਰੇ ਦਾ ਕਿਆ ਬਣਾ ਦੇਣਾ। ਹੁਣ ਇਹਦੇ ਵਿੱਚ ਆਪਾਂ ਸੋਡੀਅਮ ਵਾਲਾ ਐਸਿਡ ਨਹੀਂ ਬਣਾਉਣਾ, ਆਪਾਂ ਡਾਇਰੈਕਟ ਐਸਿਡ ਬਣਾਉਣਾ, CH3 ਇੰਨੀ ਹੋ ਗਈ। ਓਹੋ, ਵੀਡੀਓ ਤੋਂ ਬਾਹਰ ਚਲੀ ਗਈ ਬੱਚੇ, ਇੰਨੀ ਚੀਜ਼ ਬਣ ਗਈ। ਹੁਣ ਇਹ ਰਿਐਕਟੈਂਟ ਅੱਗੇ ਹੋਰ ਰਿਐਕਟੈਂਟ ਆਪਸ ਦੇ ਵਿੱਚ ਰਿਐਕਟ ਕਰਕੇ ਵਾਟਰ ਲੂਜ਼ ਕਰ ਦਿੰਦਾ। ਇਹਨੂੰ ਮੈਂ ਥੋੜਾ ਕੁ ਵੱਖਰੇ ਢੰਗ ਨਾਲ ਲਿਖਣ ਲੱਗਾ, ਇਹਨੂੰ ਮੈਂ ਲਿਖਤਾ CH3 ਆ ਜਿਹੜਾ ਪਿੱਛੇ ਵਾਲਾ C+OH, ਠੀਕ ਹੈ। ਤੇ ਨਾਲ ਮੈਂ ਆਹ ਵਾਲਾ ਜਿਹੜਾ OH ਇੱਧਰ ਲਿਖਿਆ, ਫਿਰ CH2, ਉਹਦੇ ਬਾਅਦ ਵਿੱਚ CH3। ਇਹਨਾਂ ਨੇ ਵਾਟਰ ਲੂਜ਼ ਕਰ ਦੇਣਾ। ਵਾਟਰ ਲੂਜ਼ ਕਰ ਦੇਣਾ ਮਤਲਬ ਕਿ ਇੱਧਰੋਂ ਹੁਣ OH ਤੇ H ਕਿੱਧਰੋਂ ਜਾਂਦਾ ਆ, ਬੇਸਿਕਲੀ ਮੇਰੇ ਅਕੋਰਡਿੰਗ ਆਹ ਵਾਲਾ OH ਤੇ ਇੱਧਰੋਂ H ਜਾਊਗਾ, ਠੀਕ ਹੈ। ਵਾਟਰ ਬਾਹਰ ਨਿਕਲ ਗਿਆ, ਇਹਨਾਂ ਨੂੰ ਆਪਸ ਦੇ ਵਿੱਚ ਜੋੜ ਕੇ ਲਿਖ ਦਿਓ C+OC2H5। ਇਹ ਕੀ ਬਣਿਆ ਹੁਣ, ਠੀਕ ਹੈ। ਇਹਦਾ ਨਾਮ ਕੀ ਆ ਦੇਖੋ ਤਾਂ ਮਾੜਾ ਜਿਹਾ ਸੋਚ ਕੇ, ਇਹ ਐਸਟਰ ਬਣ ਗਿਆ, ਠੀਕ ਹੈ। ਨੇਮਿੰਗ ਤਾਂ ਤੁਹਾਨੂੰ ਆਉਂਦੀ ਆ, ਜੇ ਨਹੀਂ ਆਉਂਦੀ ਤਾਂ ਪਿੱਛੇ ਉਹਦੀਆਂ ਵੀ ਵੀਡੀਓ ਪਈਆਂ ਹੋਈਆਂ, ਉਹਨਾਂ ਨੂੰ ਚੰਗੀ ਤਰ੍ਹਾਂ ਦੇਖ ਕੇ ਆਓ, ਠੀਕ ਹੈ। ਦੇਖਿਆ ਇਹਨੂੰ ਕਿਆ ਬੋਲਿਆ। ਹੁਣ ਦੇਖੋ ਜਿਹੜੀ ਆਪਾਂ ਉੱਤੇ ਕੈਨੀਜ਼ਾਰੋ ਪੜ੍ਹ ਕੇ ਉਹਦੇ ਵਿੱਚ ਕਿਆ ਬਣਦਾ, ਅਲਕੋਹਲ ਤੇ ਐਸਿਡ ਬਣਦਾ ਸੀਗਾ, ਬਣਿਆ ਇਹਦੇ ਵਿੱਚ ਵੀ ਅਲਕੋਹਲ ਤੇ ਐਸਿਡ ਆ,
ਬਟ ਉਹ ਅੱਗੇ ਫਰਦਰ ਪ੍ਰੋਸੀਡ ਹੋ ਕੇ ਐਸਟਰ ਬਣਾ ਦਿੱਤਾ ਉਹਨੇ ਵਾਟਰ ਦਾ ਲਾਸ ਕਰਕੇ, ਤਾਂ ਕਰਕੇ ਟਿਸ਼ਚੈਨਕੋ ਰਿਐਕਸ਼ਨ ਆ ਆਪਾਂ ਨੂੰ ਕਿਆ ਬੋਲਦੇ ਆ, ਮੋਡੀਫਾਈਡ ਫਾਰਮ ਆਫ ਕੈਨੀਜ਼ਾਰੋ। ਇਹਦੇ ਵਿੱਚ ਜਿਹੜਾ ਆਪਾਂ ਰਿਐਕਟੈਂਟ ਐਲਡੀਹਾਈਡ ਯੂਜ਼ ਕੀਤੇ ਤੇ ਨਾਲ ਜਿਹਦੀ ਪ੍ਰੈਜ਼ੈਂਸ ਕਰਵਾਇਆ ਉਹ ਕੀ ਸੀਗਾ, ਐਲੂਮੀਨੀਅਮ ਇਥੋਕਸਾਈਡ। ਓਕੇ, ਇਹਨੂੰ ਯਾਦ ਰੱਖਣਾ ਹੈ। ਤੇ ਬੇਟਾ ਜਿਹੜੀ ਆਪਾਂ ਅੱਜ ਨੈਕਸਟ ਰਿਐਕਸ਼ਨ ਕਰਨੀ ਹੈਗੀ ਆ ਪਰਕਿਨ ਰਿਐਕਸ਼ਨ। ਪਰਕਿਨ ਰਿਐਕਸ਼ਨ ਦੇ ਵਿੱਚ ਇੱਕ ਐਰੋਮੈਟਿਕ ਐਲਡੀਹਾਈਡ ਲੈਂਦੇ ਆ, ਠੀਕ ਹੈ। ਪਹਿਲਾਂ ਸਿੰਪਲ ਜਿਹਾ ਦੇਖ ਲਿਆ ਕਰੋ, ਐਰੋਮੈਟਿਕ ਐਲਡੀਹਾਈਡ ਲੈ ਕੇ, ਠੀਕ ਹੈ, ਉਹਨੂੰ ਰਿਐਕਟ ਕਰਵਾਉਂਦੇ ਆ ਐਸਿਡ ਐਨਹਾਈਡਰਾਈਡ ਨਾਲ। ਰਿਐਕਟ ਨਹੀਂ, ਉਹਨੂੰ ਹੀਟ ਕੀਤਾ ਵਿਦ ਐਸਿਡ ਐਨਹਾਈਡਰਾਈਡ। ਹੁਣ ਤੁਹਾਨੂੰ ਐਸਿਡ ਐਨਹਾਈਡਰਾਈਡ ਪਤਾ ਹੈ ਕੀ ਹੈ, ਠੀਕ ਹੈ। ਉਹਨੂੰ ਰਿਐਕਟ ਕੀਤਾ ਐਸਿਡ ਐਨਹਾਈਡਰਾਈਡ ਨਾਲ ਕਾਹਦੀ ਪ੍ਰੈਜ਼ੈਂਸ ਦੇ ਵਿੱਚ, ਇਨ ਦੀ ਪ੍ਰੈਜ਼ੈਂਸ ਆਫ ਬੇਸ, ਠੀਕ ਹੈ। ਹੁਣ ਸਭ ਤੋਂ ਪਹਿਲਾਂ ਸਿੰਪਲ ਜਿਹੇ ਢੰਗ ਦੇ ਨਾਲ ਚੱਲਣਾ ਆ। ਸਭ ਤੋਂ ਪਹਿਲਾਂ ਦੇਖ ਲਓ ਐਸਿਡ ਐਨਹਾਈਡਰਾਈਡ ਕਿਹੜਾ ਹੁੰਦਾ ਹੈ। ਐਸਿਡ ਐਨਹਾਈਡਰਾਈਡ ਇੱਕ ਸਿੰਪਲ ਜੀ ਚੀਜ਼ ਹੈ, ਇਹਨੂੰ ਇਸ ਤਰ੍ਹਾਂ ਲਿਖ ਲਓ। ਮੈਂ ਮੰਨ ਲਓ ਐਸਿਟਿਕ ਐਨਹਾਈਡਰਾਈਡ ਲਿਖਣ ਲੱਗਾ, CH3 ਡਬਲ ਬੌਂਡ O C ਡਬਲ ਬੌਂਡ O CH3, ਇਹ ਹੋ ਗਿਆ ਸਾਡਾ ਐਸਿਟਿਕ ਐਨਹਾਈਡਰਾਈਡ, ਠੀਕ ਹੈ। ਹੁਣ ਮੰਨ ਲਓ ਮੈਂ ਐਰੋਮੈਟਿਕ ਐਲਡੀਹਾਈਡ ਲਿਆ ਇੱਕ ਬੈਂਜ਼ੈਲਡੀਹਾਈਡ, ਕਿਆ ਲਿਆ, ਬੈਂਜ਼ੈਲਡੀਹਾਈਡ ਦੇ ਵਿੱਚ ਮੈਂ ਐਡ ਕੀਤਾ ਐਸਿਟਿਕ ਐਨਹਾਈਡਰਾਈਡ। ਲਿਖਾਈ ਸਮਝ ਲੈਣਾ, ਥੋੜੀ अच्छी है, ज़्यादा अच्छी है मेरी लिखाई, ठीक है। C ਡਬਲ ਬੌਂਡ ਨਹੀਂ, ਇੱਧਰ ਨੂੰ ਲਿਖਦੇ ਆ ਡਬਲ ਬੌਂਡ OH। ਇਹ ਸਾਡੇ ਕੋਲ ਬੈਂਜ਼ੈਲਡੀਹਾਈਡ ਹੈ, ਠੀਕ ਹੈ। ਇਹਦੇ ਵਿੱਚ ਐਡ ਕੀਤਾ ਆਪਾਂ ਐਸਿਟਿਕ, ਇਹਨੂੰ ਮੈਂ ਥੋੜਾ ਇਸ ਤਰ੍ਹਾਂ ਲਿਖਣ ਲੱਗਾ, ਜਿਹੜੀ C ਆ 2 ਹਾਈਡਰੋਜਨ ਉਹਦੇ ਇਸ ਤਰਫ ਲਿਖੀਆਂ, ਇੱਕ ਇਸ ਤਰਫ, ਠੀਕ ਹੈ। ਬਾਕੀ ਸਾਰਾ ਸੇਮ ਆ, ਠੀਕ ਹੈ। ਜਿਸ ਤਰ੍ਹਾਂ ਆਪਾਂ ਇਹਨੂੰ ਹੀਟ ਕਰਦੇ ਹਾਂ, ਇਹਦੇ ਵਿੱਚੋਂ ਵਾਟਰ ਦਾ ਲਾਸ ਹੋ ਜਾਂਦਾ। ਕਾਹਦਾ ਲਾਸ ਹੋਣਾ, ਵਾਟਰ ਦਾ ਲਾਸ ਹੋਣਾ, ਮਤਲਬ ਕਿ ਇਹ ਵਾਲੇ ਇੱਧਰੋਂ ਹਾਈਡਰੋਜਨ ਜਾਣੀ ਆ ਤੇ ਇੱਧਰੋਂ ਆਕਸੀਜਨ ਜਾਣੀ ਆ। ਓਕੇ, ਜਦੋਂ ਵਾਟਰ ਦਾ ਲਾਸ ਹੋ ਗਿਆ, ਠੀਕ ਹੈ, ਕੀ ਬਣ ਗਿਆ, ਇਹਨੂੰ ਐਜ਼ ਇਟ ਇਜ਼ ਲਿਖ ਦੇਣਾ। ਇਹਨੂੰ, ਇਹ ਥੋੜੀ ਉੱਪਰ ਵਾਲੀ ਚੀਜ਼ ਆ, ਇਹ ਉੱਚੀਆਂ ਗੱਲਾਂ, ਠੀਕ ਹੈ। ਤੇ ਤੁਹਾਨੂੰ ਇਦਾਂ ਤਾਂ ਨਹੀਂ ਲੱਗਦਾ ਕਿ ਯਾਰ ਇੰਨੀਆਂ ਰਿਐਕਸ਼ਨਸ ਆਪਾਂ ਕਿੱਦਾਂ ਕਰਾਂਗੇ, ਠੀਕ ਹੈ। ਆਪ ਤਾਂ ਖਰੇ ਕਹਿੰਦੇ ਹੋਣੇ ਆ ਮੂਹਰੇ ਬੁੱਕ ਖੋਲੀ ਆ, ਉਹ ਤੋਂ ਦੇਖ ਦੇਖ ਲਿਖੀ ਜਾਂਦਾ ਆ, ਠੀਕ ਹੈ। ਤੁਹਾਡੀਆਂ ਜਿਹੜੀਆਂ ਦੂਸਰੀਆਂ ਸੋਚਾਂ ਬਿਲਕੁਲ ਸਹੀ ਹੈ, ਠੀਕ ਹੈ। ਮੈਂ ਪੜ੍ਹ ਚੁੱਕਾ ਹਾਂ, ਤੁਸੀਂ ਪੜ੍ਹਨਾ ਆ। ਓਕੇ, ਸੋ ਤੁਸੀਂ ਯਾਦ ਕਰਨੀ ਹੈ, ਠੀਕ ਹੈ। ਮੈਨੂੰ ਤਾਂ ਭੁੱਲ ਵੀ ਜਾਣਾ, ਉਹ ਵੀ ਚੱਲਦਾ ਆ, ਠੀਕ ਹੈ। ਹੁਣ ਬੱਚੇ ਇੱਧਰੋਂ ਆਕਸੀਜਨ ਤੇ ਇੱਧਰੋਂ ਹਾਈਡਰੋਜਨ, ਜਦੋਂ ਇੱਧਰੋਂ ਆਕਸੀਜਨ ਤੇ ਇੱਧਰੋਂ ਹਾਈਡਰੋਜਨ ਬਾਹਰ ਕੱਢ ਦਿੰਦੇ ਆ, ਇੱਥੇ ਕਿਆ ਬਣ ਗਿਆ, ਡਬਲ ਬੌਂਡ, ਠੀਕ ਹੈ। ਡਬਲ ਬੌਂਡ ਇੱਧਰ ਰਿਹਾ, ਕਿਹਦੇ ਨਾਲ ਡਬਲ ਬੌਂਡ ਜਾ ਕੇ ਲੱਗਿਆ, ਕਾਰਬਨ ਦੇ ਨਾਲ, CH ਡਬਲ ਬੌਂਡ O। ਇਹਨੂੰ ਤੁਸੀਂ ਸਿੰਪਲ ਫਾਰਮ ਦੇ ਵਿੱਚ ਵੀ ਲਿਖ ਸਕਦੇ ਆ, ਠੀਕ ਹੈ, ਇਹ ਵਾਲੀ ਚੀਜ਼ ਨੂੰ। ਬਟ ਮੈਂ ਕੰਪਲੈਕਸ ਦੇ ਅਕੋਰਡਿੰਗ ਤਾਂ ਚੱਲਦਾ ਪਿਆ ਕਿ ਤੁਹਾਨੂੰ ਥੋੜਾ ਦੂਸਰਾ ਰਹਿ ਜਾਵੇ, ਕਿ ਉਹਦਾ ਨਾ ਪਤਾ ਲੱਗ ਜਾਵੇ, ਠੀਕ ਹੈ। ਅਗਰ ਪਤਾ ਲੱਗੂਗਾ ਕਿ ਤੁਹਾਨੂੰ ਵਧੀਆ ਹੋ ਜਾਣਾ, ਅਦਰਵਾਈਜ਼ ਔਖਾ ਹੋ ਜਾਣਾ, ਠੀਕ ਹੈ। ਇਹਨੂੰ ਬੋਲਦੇ ਆ ਕੰਡੈਂਸੇਸ਼ਨ ਪ੍ਰੋਡਕਟ, ਕਿਉਂਕਿ ਇਹਨੂੰ ਕੰਡੈਂਸੇਸ਼ਨ ਪ੍ਰੋਡਕਟ ਕਾਹਤੇ ਬੋਲਦੇ ਆ। 2 ਮਿੰਟ ਲਈ ਆਪਣੇ ਦਿਮਾਗ ਦੇ ਵਿੱਚ ਸੋਚੋ ਕਿ ਇਹਨੂੰ ਕੰਡੈਂਸੇਸ਼ਨ ਪ੍ਰੋਡਕਟ ਕਾਹਦੇ ਬੋਲਿਆ। ਇਹਨੂੰ ਕੰਡੈਂਸੇਸ਼ਨ ਪ੍ਰੋਡਕਟ ਤਾਂ ਬੋਲਿਆ ਕਿਉਂਕਿ ਇਹਦੇ ਵਿੱਚ ਵਾਟਰ ਦਾ ਲਾਸ ਹੋ ਕੇ ਪ੍ਰੋਡਕਟ ਬਣਿਆ, ਸੋ ਇਹਨੂੰ ਆਪਾਂ ਕਿਆ ਬੋਲਿਆ, ਕੰਡੈਂਸੇਸ਼ਨ ਪ੍ਰੋਡਕਟ। ਜਿਸ ਨਾਲ ਆਰਗੈਨਿਕ ਦੀ ਰਿਐਕਸ਼ਨ ਲਿਖਣੀ ਆ, ਤੁਸੀਂ ਜਿਹੜੇ ਬੌਂਡ ਆ ਉਹਨਾਂ ਦਾ ਖਿਆਲ ਰੱਖਣਾ ਆ, ਮਤਲਬ ਕਿ ਕੋਈ ਜ਼ਿਆਦਾ ਹੇਰ ਫੇਰ ਨਹੀਂ ਕਰਨੀ। ਹੁਣ ਤੁਸੀਂ ਇਹਦੇ ਵਿੱਚ ਵਾਟਰ ਐਡ ਕੀਤਾ, ਕਿਆ ਐਡ ਕੀਤਾ, ਵਾਟਰ ਕੀ ਹੁੰਦੀ ਹੈ, ਇੱਕ ਸਾਈਡ
एच जाना है, ठीक है। दूसरी साइड क्या जुड़ना आ, OH। ਇਹ ਹੁੰਦਾ H2, ਇਹਨੂੰ ਮੈਂ ਇਸ ਤਰ੍ਹਾਂ ਲਿਖ ਲਿਆ। ਹੁਣ ਤੁਸੀਂ ਜਿਹੜਾ ਇਹ ਵਾਲਾ ਬੌਂਡ ਆ ਇਹਦੀ ਇੱਥੋਂ ਬ੍ਰੇਕ ਡਾਊਨ ਕਰ ਦਿਓ, ਇੱਥੋਂ ਬ੍ਰੇਕ ਡਾਊਨ ਕਰ ਦੇਣੀ ਹੈ ਤੇ ਇਹਦੀ ਇੱਧਰੋਂ ਬ੍ਰੇਕ ਡਾਊਨ ਕਰ ਦੇਣੀ ਹੈ। ਆਹ ਵਾਲੇ ਸਾਰੇ ਆਹ ਵਾਲੀ ਆਕਸੀਜਨ ਨੇ ਆਹ ਵਾਲੇ ਹਾਈਡਰੋਜਨ ਨਾਲ ਬੌਂਡ ਬਣਾ ਲਿਆ, ਸਿਰਫ ਤੁਹਾਡੇ ਸਮਝਣ ਲਈ ਹੈ। ਇਹਨੇ ਇਹਦੇ ਨਾਲ ਪੇਪਰ 'ਚ ਨਹੀਂ ਤੁਸੀਂ ਇਹਦਾ ਘਪਲਾ ਕਰਕੇ ਆਉਣਾ, ਤੁਸੀਂ ਡਾਇਰੈਕਟ ਪ੍ਰੋਡਕਟ ਲਿਖਣਾ ਹੈ। ਬਟ ਤੁਹਾਨੂੰ ਸਮਝ ਆ ਜਾਵੇ ਤਾਂ ਕਰਕੇ ਮੈਂ ਇਸ ਤਰ੍ਹਾਂ ਚੱਲਦਾ ਪਿਆ ਹੈ। ਅਗਰ ਕੰਪੀਟੀਟਿਵ ਐਗਜ਼ਾਮ ਆ ਫਿਰ ਤਾਂ ਤੁਹਾਨੂੰ ਇਹ ਯਾਦ ਹੋਣੀਆਂ ਚਾਹੀਦੀਆਂ, ਅਦਰਵਾਈਜ਼ ਕੋਈ ਹੱਲ ਨਹੀਂ ਗਾ ਇਹਦਾ, ਠੀਕ ਹੈ। ਇਹਨੇ ਇਹਨਾਂ ਜੁੜ ਜਾਣਾ, ਇਹ ਵਾਲੇ ਨੇ ਜਾ ਕੇ ਇਹਦੇ ਨਾਲ ਜੁੜ ਜਾਣਾ, ਠੀਕ ਹੈ। ਹੁਣ ਦੇਖੋ ਮੈਂ ਉਹਦੇ ਵੱਲ ਦੇਖ ਕੇ ਹੀ ਲਿਖਣਾ, ਕੁਛ ਆਪਣੇ ਕੋਲੋਂ ਨਹੀਂ ਲਿਖਣਾ। ਡਬਲ ਬੌਂਡ CH, ਇੱਧਰ O ਦੇ ਨਾਲ ਕੀ ਜੁੜ ਗਿਆ H, ਠੀਕ ਹੈ, ਪਲੱਸ ਇਹਦੇ ਅਕੋਰਡਿੰਗ ਚਲੀਏ CH3 C ਡਬਲ ਬੌਂਡ O ਦੇ ਨਾਲ ਕਿਆ ਜੁੜ ਗਿਆ OH, ਠੀਕ ਹੈ। ਇਹਦੇ ਨਾਲ ਆਹ ਵਾਲੇ ਨੀਚੇ ਦੇ ਨਾਲ OH ਜੋੜ ਕੇ ਆਹ ਵਾਲੀ ਚੀਜ਼ ਬਣ ਗਈ ਐਸਟਿਕ ਐਸਿਡ, ਤਾਂ ਉੱਪਰ ਬਣ ਗਿਆ, ਉੱਪਰ ਪਤਾ ਨਹੀਂ ਕਿਆ ਬਣ ਗਿਆ, ਮੇਰੇ ਅਕੋਰਡਿੰਗ ਬਣੇਗਾ ਐਲਫਾ ਬੀਟਾ ਅਨਸੈਚੂਰੇਟਡ ਐਸਿਡ। ਤੇ ਜਿਹੜਾ ਇਹਦਾ ਕਾਮਨ ਨੇਮ ਆ ਉਹ ਮੈਂ ਦੱਸ ਦਿੰਦਾ, ਇਹਦਾ ਕਾਮਨ ਨੇਮ ਹੈਗਾ ਸਿਨਾਮਿਕ ਐਸਿਡ। ਇਹ ਕਈ ਵਾਰੀ ਕਨਵਰਜਨ ਆ ਜਾਂਦੀ ਹੁੰਦੀ ਹੈ, ਠੀਕ ਹੈ। ਉਹਨੇ ਕਹਿਣਾ ਹੁਣ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਕਿਸ ਤਰ੍ਹਾਂ ਕੁਐਸਚਨ ਆ ਸਕਦਾ, ਉਹਨਾਂ ਨੇ ਇੱਦਾਂ ਪੁੱਛ ਲੈਣਾ ਕਿ ਤੁਹਾਡੇ ਕੋਲ ਬੈਂਜ਼ੈਲਡੀਹਾਈਡ ਸੀਗਾ, ਉਹਨੂੰ ਐਸਟਿਕ ਐਨਹਾਈਡਰੇਟ ਦੇ ਨਾਲ ਰਿਐਕਟ ਕਰਵਾ ਕੇ ਸਿਨਾਮਿਕ ਐਸਿਡ ਬਣ ਗਿਆ। ਵਟ ਇਜ਼ ਦਾ ਨੇਮ ਆਫ ਦਿਸ ਕੈਮੀਕਲ ਇਕੁਏਸ਼ਨ? ਆਪਸ਼ਨ ਪਾ ਦੂਗਾ ਅਲਡੋਲ ਕੰਡੈਂਸੇਸ਼ਨ, ਪਰਕਿਨ ਟਿਸ਼ੈਨਕੋ ਰਿਐਕਸ਼ਨ, ਠੀਕ ਹੈ, ਕਲੀਜ਼ਨ ਕੰਡੈਂਸੇਸ਼ਨ। ਤੁਸੀਂ ਉਹਦੇ ਵਿੱਚੋਂ ਪਰਕਿਨ ਟਿਕ ਕਰਕੇ ਆਉਣਾ ਹੈ, ਠੀਕ ਹੈ। ਇਸ ਤਰ੍ਹਾਂ ਤੁਹਾਨੂੰ ਕੁਐਸਚਨ ਬਣ ਸਕਦਾ ਹੈ, ਜ਼ਰੂਰੀ ਨਿਗਾ ਕਿ ਇਹ ਹੀ ਆਉਣਾ ਹੈ। ਮਤਲਬ ਕਿ ਜੇ ਤੁਸੀਂ ਆਬਜੈਕਟਿਵ ਪੇਪਰ ਕੱਢਣਾ ਫਿਰ ਤੁਹਾਡੇ ਕਨਸੈਪਟ ਮਤਲਬ ਕਿ ਜਿੱਦਾਂ ਤੁਹਾਨੂੰ ਡੀਪ ਨੌਲੇਜ ਹੋਣੀ ਚਾਹੀਦੀ ਹੈ, ਕਿਉਂਕਿ ਉਹਦੇ ਵਿੱਚ ਆਪਸ਼ਨਸ ਕਾਫੀ ਜਿਹੜੀਆਂ ਮੈਚ ਕਰਦੀਆਂ ਹੁੰਦੀਆਂ, ਉਹਦੇ ਵਿੱਚ ਆਪਾਂ ਬਹੁਤ ਕਨਫਿਊਜ਼ ਹੋ ਜਾਂਦੇ ਹਾਂ। ਅਗਰ ਪੇਪਰ ਦੇ ਵਿੱਚ ਨੈਗੇਟਿਵ ਮਾਰਕਿੰਗ ਫਿਰ ਤਾਂ ਹੋਰ ਵੀ ਜ਼ਿਆਦਾ ਔਖਾ ਹੋ ਜਾਂਦਾ ਆ। ਓਕੇ ਬੇਟਾ, ਉਹਦੇ ਬਾਅਦ ਸਾਡੀ ਨੈਕਸਟ ਰਿਐਕਸ਼ਨ ਹੈਗੀ ਹੈ ਕਲੇਜ਼ਨ ਕੰਡੈਂਸੇਸ਼ਨ, ਠੀਕ ਹੈ। ਇਹਦੇ ਵਿੱਚ ਜਿਹੜੀ ਸਿੰਪਲ ਜਿਹੀ ਚੀਜ਼ ਯਾਦ ਰੱਖਣੀ ਹੈ, ਇਹ ਹੈਗੀ ਆ ਰਿਐਕਸ਼ਨ ਬਿਟਵੀਨ ਐਰੋਮੈਟਿਕ ਐਲਡੀਹਾਈਡ ਤੇ ਨਾਲ ਇਹਦੇ ਕਿਆ ਆ, ਇਹਨੂੰ ਰਿਐਕਟ ਕਰਵਾਇਆ ਐਰੋਮੈਟਿਕ ਐਲਡੀਹਾਈਡ ਜਾਂ ਐਰੋਮੈਟਿਕ ਕੀਟੋਨ ਹੋ ਸਕਦਾ, ਐਰੋਮੈਟਿਕ ਐਲਡੀਹਾਈਡ ਜਾਂ ਐਰੋਮੈਟਿਕ ਕੀਟੋਨ, ਉਹਨੂੰ ਰਿਐਕਟ ਕਰਵਾਉਂਦੇ ਪਏ ਆ, ਔਰ ਕੀਟੋਨ ਵੀ ਲਿਖ ਲਓ, ਇਹਨੂੰ ਰਿਐਕਟ ਕਰਵਾਉਂਦੇ ਪਏ ਆ ਐਲੀਫੈਟਿਕ। ਉਹ ਤੁਹਾਨੂੰ ਐਰੋਮੈਟਿਕ ਤੇ ਐਲੀਫੈਟਿਕ ਦਾ ਪਤਾ ਆ, ਕਿਤੇ ਉੱਚੀਆਂ ਗੱਲਾਂ ਤਾਂ ਨਹੀਂ ਲੰਘੀ ਜਾਂਦੀਆਂ, ਜੇ ਪਤਾ ਹੈ ਠੀਕ ਹੈ, ਨਹੀਂ ਤਾਂ ਥੋੜਾ ਜਾ ਕੇ ਪੁਰਾਣੀਆਂ ਵੀਡੀਓਜ਼ ਦੇਖੋ। ਕਿ ਐਰੋਮੈਟਿਕ ਐਲਡੀਹਾਈਡ ਜਾਂ ਕੀਟੋਨ ਮਤਲਬ ਕਿ ਤੁਸੀਂ ਯਾਦ ਰੱਖਣਾ, ਇੱਕ ਐਰੋਮੈਟਿਕ ਐਲਡੀਹਾਈਡ ਹੋ ਸਕਦਾ, ਦੂਸਰਾ ਐਲੀਫੈਟਿਕ ਐਲਡੀਹਾਈਡ। ਐਰੋਮੈਟਿਕ ਹੁੰਦਾ ਜਿਹਦੇ ਵਿੱਚ ਬੈਂਜ਼ੀਨ ਰਿੰਗ ਲੱਗੀ ਹੋਵੇ, ਠੀਕ ਹੈ, ਆਪਸ 'ਚ ਰਿਐਕਟ ਕਰਦੇ ਆ ਇਨ ਦੀ। ਹੁਣ ਦੇਖੋ ਇਹਦੇ ਵਿੱਚ ਵੀ ਉਹ ਹੈ ਇਨ ਦੀ ਪ੍ਰੈਜ਼ੈਂਸ ਆਫ ਬੇਸ, ਕਿਉਂਕਿ ਜਿਹੜਾ ਸਾਡਾ ਸਟਾਰਟਿੰਗ ਦੇ ਵਿੱਚ ਆਪਾਂ ਟੌਪਿਕ ਪਾਇਆ ਸੀ ਉਹਦੇ ਵਿੱਚ ਆਪਾਂ ਕੀ ਲਿਖਿਆ ਸੀ, ਰਿਐਕਸ਼ਨ ਵਿਦ ਬੇਸਿਸ, ਠੀਕ ਹੈ। ਉਹੀ ਸਾਰਾ ਕੁਝ ਚੱਲਦਾ ਪਿਆ, ਰਿਐਕਸ਼ਨਸ ਮੁੱਕ ਨਹੀਂ ਰਹੀਆਂ, ਜਾਨ ਜ਼ਰੂਰ ਮੁੱਕ ਰਹੀ ਆ। ਬਣਾ ਦਈਏ, ਕਿਆ ਬਣ ਗਿਆ ਇਹ, ਬੈਂਜ਼ੈਲਡੀਹਾਈਡ। ਜੇ ਤੁਸੀਂ ਧਿਆਨ ਨਾਲ ਇਹਨੂੰ ਵੀਡੀਓਜ਼ ਨੂੰ 2-3 ਵਾਰੀ ਦੇਖ ਹੀ ਲਓ ਤਾਂ ਤੁਹਾਨੂੰ ਰਿਐਕਸ਼ਨਸ ਯਾਦ ਹੋ ਜਾਣਗੀਆਂ। ਵੱਡੀ LED ਲਾਓ, ਠੀਕ ਹੈ, 43 ਇੰਚੀ, ਤੇ ਕਮਰੇ 'ਚ ਲਗਾ ਲਓ, ਅੱਖਾਂ ਖੋਲ ਕੇ ਉਹਨੂੰ ਦੇਖੀ ਜਾਣਾ ਹੈ, ਠੀਕ ਹੈ, ਕਿਹੜਾ ਕਰਨਾ ਕੁਛ। ਬਟ ਐਦਾਂ ਰਿਐਕਸ਼ਨਸ ਦੇਖਣੀਆਂ ਵੀ ਬਹੁਤ ਔਖਾ ਕੰਮ ਆ ਸਾਡੇ ਤੋਂ। ਤਾਂ ਜੇ ਕੋਈ
ਫਿਲਮ ਦੀ ਸਟੋਰੀ ਢੰਗ ਨਾਲ ਨਾ ਬਣੇ ਉਹ ਦੇਖਣੀ ਔਖੀ ਹੋ ਜਾਂਦੀ ਹੈ। ਠੀਕ ਹੈ, ਤੇ ਚਲੋ ਕਿਆ ਕਰ ਸਕਦੇ ਹਾਂ। ਠੀਕ ਹੈ ਬੇਟਾ, ਇਹਦਾ ਤੁਹਾਨੂੰ ਪਤਾ ਹੀ ਹੈ, ਤੁਹਾਡਾ ਆਪਣਾ ਪਿਆਰਾ ਸਾ ਐਸੀਟੈਲਡੀਹਾਈਡ। ਠੀਕ ਹੈ, ਇਹਨੂੰ ਥੋੜਾ ਮੈਂ ਚੇਂਜ ਕਰਕੇ ਲਿਖਤਾ। ਮੈਂ ਕੀ ਕੀਤਾ, H2 ਇੱਧਰ ਇਹਨੂੰ ਹੀ ਲਿਖਿਆ। ਠੀਕ ਹੈ, ਉੱਪਰ ਦੋ ਦੋ ਨਾ ਲਿਖੀ ਜਾਇਓ, ਤੁਹਾਡਾ ਪਤਾ ਵੀ ਕੁਛ ਨਹੀਂਗਾ ਹਨਾ। ਉਹ ਵੀਡੀਓ ਤਾਂ ਇਦਾਂ ਹੀ ਕਰਾਉਂਦਾ ਸੀਗਾ ਬੰਦਾ ਇੱਕ। ਇਹਨੂੰ ਹੀਟ ਕੀਤਾ ਇਨ ਦੀ ਪ੍ਰੈਜ਼ੈਂਸ ਆਫ ਸੋਡੀਅਮ ਹਾਈਡਰੋਕਸਾਈਡ। ਕੁਛ ਨਹੀਂ ਕਰਨਾ। ਕੰਡੈਂਸੇਸ਼ਨ ਦਾ ਮਤਲਬ ਹੀ ਇਹ ਹੁੰਦਾ ਕਿ ਵਾਟਰ ਮੋਲੀਕਿਊਲ ਰਿਮੂਵ ਹੋ ਰਿਹਾ। ਕਿਆ ਮਤਲਬ ਆ, ਵਾਟਰ ਮੋਲੀਕਿਊਲ ਕੀ ਹੋ ਰਿਹਾ, ਰਿਮੂਵ ਹੋ ਰਿਹਾ। ਇੱਧਰੋਂ O ਤੇ ਇੱਧਰੋਂ H2, ਵਾਟਰ ਬਾਹਰ ਨਿਕਲ ਗਿਆ, ਬਾਕੀ ਨੂੰ ਐਜ਼ ਇਟ ਇਜ਼ ਜੋੜ ਦਿਓ। CH ਉੱਪਰ ਹੀ ਆ, ਡਬਲ ਬੌਂਡ ਕਿਆ ਬਣ ਗਿਆ, ਡਬਲ ਬੌਂਡ CH, ਫਿਰ ਡਬਲ ਬੌਂਡ OH। ਠੀਕ ਹੈ, ਤੁਹਾਡੇ ਕੋਲ ਇਹ ਜਿਹੜੀ ਇੰਨੀ ਕੁ ਰਿਐਕਸ਼ਨ ਹੈ ਇਹਨੂੰ ਬੋਲਦੇ ਕਲੇਜ਼ਨ ਕੰਡੈਂਸੇਸ਼ਨ ਰਿਐਕਸ਼ਨ। ਠੀਕ ਹੈ, ਇਹਦਾ ਇੱਕ ਹੋਰ ਨਾਮ ਹੈ, ਇਹਨੂੰ ਇਹ ਵੀ ਬੋਲ ਦਿੰਦੇ ਆ, ਵੀ ਲਿਖ ਲਓ ਨਾਲ ਹੀ, ਕਲੇਜ਼ਨ ਸੈਕਮੈਡੇਟ। ਠੀਕ ਹੈ, ਪ੍ਰੋਨਾਂਸੀਏਸ਼ਨ ਗਲਤ ਹੋ ਸਕਦੀ ਹੈ। ਠੀਕ ਹੈ, ਇੱਦਾਂ ਹੀ ਆ ਆਪਾਂ ਮਾੜੇ ਮੋਟੇ, ਕਲੇਜ਼ਨ ਸੈਕਮੈਡੇਟ ਰਿਐਕਸ਼ਨ। ਠੀਕ ਹੈ, ਇੰਨਾ ਕਰ ਲੈਣਾ ਹੈ। ਓਕੇ, ਤੇ ਬੇਟਾ ਲਾਸਟ ਰਿਐਕਸ਼ਨ ਆ ਸਾਡੀ ਇਹ ਰਿਐਕਸ਼ਨ ਵਿਦ ਬੇਸਿਸ ਵਾਲੀ, ਧਿਆਨ ਨਾਲ ਦੇਖ ਲੈਣਾ ਇਹਨੂੰ ਕਿਆ ਆ। ਡਾਰਜਨ ਗਲਾਈਸੇਡਿਕ ਐਸਟਰ ਸਿੰਥੇਸਿਸ ਆ। ਠੀਕ ਹੈ, ਇਹਦੇ ਵਿੱਚ ਬੇਸਿਕਲੀ ਜਿਹੜਾ ਮੈਂ ਇੱਕ ਉਹਦੇ ਨਾਲ ਹੀ ਕਰਵਾ ਦਿੰਦਾ ਤੁਹਾਨੂੰ। ਹੁੰਦਾ ਕੀ ਆ, ਇੱਕ ਤੁਹਾਡੇ ਕੋਲ ਹੋ ਸਕਦਾ ਕੋਈ ਕੀ ਇਹ ਸਾਡਾ ਪਿਆਰਾ ਸਾ ਐਸੀਟੈਲਡੀਹਾਈਡ। ਹੁਣ ਪੁੱਤਰ ਜਿੰਨੀ ਵਾਰੀ ਤੁਸੀਂ ਐਸੀਟੈਲਡੀਹਾਈਡ ਮੇਰੇ ਹੱਥੋਂ ਬਣਿਆ ਦੇਖ ਲਿਆ, ਹੁਣ ਤਾਂ ਤੁਹਾਨੂੰ ਜ਼ਿੰਦਗੀ 'ਚ ਨਹੀਂ ਭੁੱਲਣਾ ਚਾਹੀਦਾ ਇਹ। ਉਹ ਚਲੋ ਐਸੀਟੈਲਡੀਹਾਈਡ ਤਾਂ ਠੀਕ ਆ, ਜੇ ਮੈਂ ਤੁਹਾਨੂੰ ਪੁੱਛਾਂ ਇਹਦਾ IUPAC ਨੇਮ ਕਿਆ ਆ, ਉਹ ਬਣਾ ਲਓਗੇ? ਚਲੋ ਵੀਡੀਓ ਪੌਜ਼ ਕਰੋ ਤੇ ਇਹਦਾ ਨੇਮ ਦੇਖੋ, ਐਸੀਟੈਲਡੀਹਾਈਡ ਦਾ IUPAC ਨੇਮ ਕਿਆ ਆਣਾ ਆ। ਵੀਡੀਓ ਪੌਜ਼ ਕਰਕੇ ਬਣਾ ਲਿਆ ਹੋਣਾ, ਹੁਣ ਦੇਖ ਲਓ ਇਹਦਾ ਨਾਮ ਆਣਾ। ਕਿੰਨੇ ਕਾਰਬਨ ਐਟਮ ਆ, 2 ਮੀਨਸ ਇਥ, ਕਾਰਬਨ ਕਾਰਬਨ ਸਿੰਗਲ ਬੌਂਡ ਮੀਨਸ ਏਨ, CO ਐਲਡੀਹਾਈਡ ਮਤਲਬ ਅਲ। ਕਿਆ ਨਾਮ ਆਣਾ, ਇਥੇਨਲ। ਇਹ ਨਾ ਹੋਵੇ ਤੁਸੀਂ ਸਾਰਾ ਕੁਝ ਐਸੀਟੈਲਡੀਹਾਈਡ ਦੇ ਅਕੋਰਡਿੰਗ ਯਾਦ ਕਰਕੇ ਉੱਥੇ ਇਥੇਨਲ ਐਦਾਂ ਲਿਖ ਦੇਣ ਕਿ ਇਥੇਨਲ ਨੂੰ ਇਹਦੇ ਨਾਲ ਰਿਐਕਟ ਕਰੋ। ਠੀਕ ਹੈ ਨਾ, ਅਲਡੋਲ ਹੀ ਪਾ ਦੇਣ ਘੁਮਾ ਕੇ। ਇਥੇਨਲ ਦੇ ਵਿੱਚ ਡਿਲਿਊਟ HCl ਉਹ ਡਿਲਿਊਟ ਸੋਡੀਅਮ ਹਾਈਡਰੋਕਸਾਈਡ ਪਾ ਕੇ ਕੰਪਲੀਟ ਕਰ ਦਿਓ। ਤੁਸੀਂ ਕਹੋ ਇੱਦਾਂ ਦਾ ਕੁਝ ਤਾਂ ਕੀਤਾ ਹੀ ਨਹੀਂ ਜ਼ਿੰਦਗੀ 'ਚ, ਆਪਾਂ ਇੱਦਾਂ ਦੀਆਂ ਗੱਲਾਂ ਨਹੀਂ ਕਰਨੀਆਂ। ਠੀਕ ਹੈ, ਉਹਦੇ ਬਾਅਦ ਵਿੱਚ ਇਹਨੂੰ ਰਿਐਕਟ ਕਰਦੇ ਹੁੰਦੇ ਆ ਇੱਕ ਐਸਟਰ ਨਾਲ, ਉਹ ਵੀ ਐਲਫਾ ਕਲੋਰੋ ਐਸਟਰ ਹੁੰਦਾ। ਠੀਕ ਹੈ, ਉਹਦਾ ਨਾਮ ਦੇਖ ਲਓ ਕਿਸ ਤਰ੍ਹਾਂ, OC2H5। ਠੀਕ ਹੈ, ਇਹ ਤਾਂ ਤੁਹਾਨੂੰ ਪਤਾ ਹੀ ਆ, COOR, ਇਹ ਤਾਂ ਐਸਟਰ ਬਣ ਗਿਆ। ਬਟ ਸਾਨੂੰ ਚਾਹੀਦਾ ਕਿਆ, ਸਾਨੂੰ ਚਾਹੀਦਾ ਐਲਫਾ ਹੈਲੋ ਐਸਟਰ। ਠੀਕ ਹੈ ਨਾ, ਐਲਫਾ ਹੈਲੋ ਐਸਟਰ ਮਤਲਬ ਕਿ ਆਹ ਵਾਲੀ ਕਾਰਬਨ ਦੇ ਨਾਲ ਜਿਹੜੀ ਪਹਿਲੀ ਕਾਰਬਨ ਆਉਂਦੀ ਉਹਨੂੰ ਕਿਆ ਬੋਲਦੇ, ਐਲਫਾ ਕਾਰਬਨ। ਇਹ ਤੇ ਸਾਨੂੰ ਚਾਹੀਦਾ ਐਲਫਾ ਹੈਲੋ ਐਸਟਰ, ਮਤਲਬ ਕਿ ਇਹਦੇ ਤੇ ਕੀ ਲੱਗਾ ਹੋਣਾ ਚਾਹੀਦਾ, ਇਹਦੇ ਤੇ ਹੈਲੋਜਨ ਲੱਗਾ ਹੋਣਾ ਚਾਹੀਦਾ। ਆਪਾਂ ਚਲੋ ਜੇ ਕਹਿੰਦੇ ਆ ਤਾਂ ਆਪਾਂ ਲਗਾਤਾ ਇਹਦੇ ਤੇ Cl। ਠੀਕ ਹੈ, ਹੁਣ ਇਹਦਾ ਨਾਮ ਕੀ ਬਣੂਗਾ, ਇਹਦਾ ਨਾਮ ਆ ਜਾਣਾ ਐਲਫਾ ਇਥਾਈਲ। ਪਹਿਲਾਂ ਇਥਾਈਲ ਲਿਖੋ। ਠੀਕ ਹੈ ਨਾ, ਇਥਾਈਲ ਐਲਫਾ ਕਲੋਰੋ ਐਥੋਨੇਟ। ਠੀਕ ਹੈ, ਲਿਖਿਆ ਹੀ ਦਿੰਦੇ ਆ। ਹੁਣ ਇਹਦੇ ਵਿੱਚ ਇਹ ਕਨਫਿਊਜ਼ਨ, ਐਲਫਾ ਚਲੋ ਮੋਰੇ ਹੀ ਲਿਖ ਦਿੰਦੇ ਆ, ਐਲਫਾ ਇਥਾਈਲ। ਜਿਹੜਾ ਇਥਾਈਲ ਹੈ ਨਾ, ਇਹ ਵਾਲਾ ਨੇਮਿੰਗ ਦੇਖ ਕੇ ਆਇਓ ਪਹਿਲਾਂ, ਕਲੋਰੋ ਇਥੋਨੇਟ। ਹੁਣ ਇਹ ਰਿਐਕਸ਼ਨ ਦੇ ਵਿੱਚ ਆਪਾਂ ਬੇਸ ਜਿਹੜਾ ਯੂਜ਼ ਕਰਦੇ ਹਾਂ, ਬੇਸ ਯਾਦ ਰੱਖਣਾ, ਇਹਦੇ ਵਿੱਚ ਸੋਡਾ
ਮਾਈਡ ਯੂਜ਼ ਕਰਦੇ ਆ, ਸੋਡਾ ਅਮਾਈਡ ਕਹ ਲਓ, ਮਾਈਡ ਕਹ ਲਓ। ਕਿਹੜਾ ਬੇਸ ਯੂਜ਼ ਕਰਦੇ ਆ? ਸੋਡਾ ਅਮਾਈਡ। ਇਹਦਾ ਫਾਰਮੂਲਾ ਹੁੰਦਾ ਆ NaNH2। ਠੀਕ ਹੈ, ਕਿਹੜਾ ਬੇਸ ਯੂਜ਼ ਕਰਦੇ ਆ ਆਪਾਂ? NaNH2। ਹੁਣ ਇਹਦੇ ਵਿੱਚ ਬੜੀ ਸਿੰਪਲ ਜਿਹੀ ਚੀਜ਼ ਕਰਨੀ ਆ। ਮੈਨੂੰ ਵੀ ਭੁੱਲ ਗਿਆ ਇਹਦੇ ਵਿੱਚ ਕੀ ਹੁੰਦਾ ਹੈ। ਚਲੋ ਕੋਈ ਨਹੀਂ, ਬਣਾਣੇ ਆ। CH ਬੇਟਾ ਇਹਨੂੰ ਥੋੜਾ ਜੇ ਆਪਾਂ ਰਿਐਕਟੈਂਟ ਨੂੰ ਸਹੀ ਢੰਗ ਦੇ ਨਾਲ ਲਿਖਦੇ ਹਾਂ ਫਿਰ ਰਿਐਕਸ਼ਨ ਯਾਦ ਕਰਨੀ ਸਾਨੂੰ ਸੌਖੀ ਹੋ ਜਾਂਦੀ ਹੈ। ਇਹਨੂੰ ਥੋੜਾ ਮੈਂ ਸਹੀ ਤਰ੍ਹਾਂ ਲਿਖ ਦਵਾਂ, ਕੰਪਲੀਟ ਤਾਂ ਇਸ ਤਰ੍ਹਾਂ ਵੀ ਹੋ ਜਾਣੀ ਬਟ ਤੁਹਾਨੂੰ ਸਮਝ ਨਹੀਂ ਆਣਾ। ਓਕੇ, ਸੋ ਮੈਂ ਥੋੜਾ ਕਿ ਇਹਨੂੰ ਆਹ ਵਾਲੀ ਸੀ ਦੇ ਨਾਲ 2 ਹਾਈਡਰੋਜਨ ਆ, ਇੱਕ ਹਾਈਡਰੋਜਨ ਮੈਂ ਉੱਪਰ ਲਿਖਤਾ, ਇੱਕ ਹਾਈਡਰੋਜਨ ਮੈਂ ਆ ਨੀਚੇ ਲਿਖ ਦਿੱਤਾ। ਠੀਕ ਹੈ, ਹਾਈਡਰੋਜਨ ਹੀ ਆ ਵਾਲਾ Cl, ਪਤਾ ਲੱਗ ਗਿਆ। ਇਹ ਕਾਰਬਨ ਹੈ ਇਹਦੇ ਨਾਲ ਦਾ, ਇੱਕ ਹਾਈਡਰੋਜਨ ਉੱਪਰ ਨੂੰ ਕਰਕੇ ਲਿਖਤਾ, ਦੂਸਰਾ Cl ਨੀਚੇ ਨੂੰ ਕਰਕੇ ਲਿਖਤਾ, ਬਾਕੀ ਦਾ ਸਾਰਾ ਉਹ ਹੀ ਹੈ। OC2H5। ਹੁਣ ਇਹਦੇ ਵਿੱਚ ਹੁੰਦਾ ਕੀ ਹੈ? ਜਿਹੜਾ ਸੋਡਾ ਮਾਈਡ ਪਾਣੇ ਆ ਇਹਦੇ ਵਿੱਚ ਆਹ ਵਾਲੀ ਆਕਸੀਜਨ, ਠੀਕ ਹੈ, ਇਹ ਵਾਲੀ ਆਕਸੀਜਨ ਬਾਹਰ ਨਹੀਂ ਜਾਂਦੀ। ਠੀਕ ਹੈ, ਇਹਦੇ ਵਿੱਚ ਇਹ ਵਾਲਾ ਜਿਹੜਾ ਕੰਪਾਊਂਡ ਆ ਤੇ ਇਹ ਵਾਲਾ ਕੰਪਾਊਂਡ ਆ, ਇਹਦੇ ਵਿੱਚੋਂ HCl ਰਿਮੂਵ ਹੋਣਾ। ਰਿਮੂਵ ਕਿਹੜੀ ਚੀਜ਼ ਹੋਣੀ ਆ? HCl। HCl ਰਿਮੂਵ ਕਰਨਾ। ਇਹਨੂੰ ਲਿਖਣਾ ਕਿਸ ਤਰ੍ਹਾਂ? ਦੇਖੋ, CH3 ਤੁਸੀਂ ਐਜ਼ ਇਟ ਇਜ਼ ਲਿਖਣਾ ਆ, ਕਾਰਬਨ ਇੱਧਰਲੇ ਪਾਸੇ ਹਾਈਡਰੋਜਨ ਜਿਹੜਾ ਲੱਗਾ ਹੀ ਹੋਇਆ ਆ। ਹੁਣ ਹੁੰਦਾ ਕੀ ਆ? ਇਹਨੂੰ ਵੀ ਜੇ ਆਪਾਂ ਥੋੜਾ ਨੀਚੇ ਨੂੰ ਕਰਕੇ ਲਿਖਦੇ ਤਾਂ ਵੈਲ ਐਂਡ ਗੁੱਡ ਹੋਣਾ ਸੀਗਾ। ਇਹਨੂੰ ਇੱਧਰੋਂ ਕੱਟ ਦਿਓ। ਠੀਕ ਹੈ, ਹੁਣ ਹੁੰਦਾ ਕੀ ਹੈ? ਇਹ ਵਾਲਾ ਬੌਂਡ ਜਿਹੜਾ ਆ ਇੱਕ ਇਹਦੇ ਨਾਲ ਬਣਦਾ ਤੇ ਇੱਕ ਕਾਰਬਨ ਦਾ ਬੌਂਡ ਇਹਦੇ ਨਾਲ ਬਣਦਾ। ਇਹਦੇ ਮਤਲਬ ਕਿ ਇਹਦੀ ਇੱਕ ਦੇਖੋ ਕਿਸ ਤਰ੍ਹਾਂ ਬਣਿਆ, ਇਹ ਵਾਲੀ ਕਾਰਬਨ ਦਾ ਡਾਇਰੈਕਟ ਬੌਂਡ ਇਹਦੇ ਨਾਲ ਬਣਾ ਦੇਣਾ ਕਾਰਬਨ ਦੇ ਨਾਲ। ਠੀਕ ਹੈ, ਆਕਸੀਜਨ ਦਾ ਤਾਂ ਇੱਧਰ ਬਣਿਆ ਹੀ ਹੋਇਆ। ਠੀਕ ਹੈ, ਬਟ ਜਿਹੜਾ ਆਕਸੀਜਨ ਵਾਲਾ ਇੱਕ ਬੌਂਡ ਟੁੱਟ ਜਾਣਾ, ਇਧਰੋਂ Cl ਨਿਕਲ ਜਾਣਾ ਤੇ ਉਹ ਇੱਕ ਬੌਂਡ ਕਾਰਬਨ ਦੇ ਨਾਲ ਬਣ ਜਾਣਾ। ਇਹ ਵਾਲੀ ਚੀਜ਼ ਬਣਨੀ ਹੈ। ਠੀਕ ਹੈ, ਨਾਲ ਕੀ ਲਿਖ ਦੇਣਾ? ਦੇਖੋ ਇਧਰੋਂ H ਵੀ ਨਿਕਲ ਗਿਆ, Cl ਵੀ ਨਿਕਲ ਗਿਆ। H ਨਿਕਲ ਕੇ ਆਹ ਵਾਲੀ ਕਾਰਬਨ ਨੇ ਕਾਰਬਨ ਨਾਲ ਬੌਂਡ ਬਣਾਤਾ, ਇਧਰੋਂ Cl ਨਿਕਲ ਕੇ ਆਹ ਵਾਲੀ ਕਾਰਬਨ ਨੇ ਆਕਸੀਜਨ ਦੇ ਨਾਲ ਬੌਂਡ ਬਣਾਤਾ। ਬਾਕੀ ਸਾਰਾ ਕੁਝ ਸੇਮ ਚੱਲਦਾ ਪਿਆ ਆ। ਠੀਕ ਹੈ, ਜੇ ਇਹਨੂੰ ਇੱਕ ਹੋਰ ਪ੍ਰੈਕਟਿਸ ਕਰ ਲੈਂਦੇ ਆ ਇਹਦੀ ਹੀ ਦੁਬਾਰਾ ਇੱਕ ਵਾਰੀ ਇਸੇ ਰਿਐਕਸ਼ਨ ਦੀ, ਕਿਉਂਕਿ ਜੇ ਨਵੀਂ ਰਿਐਕਸ਼ਨ ਕੋਈ ਵੀ ਰਿਐਕਟੈਂਟ ਲੈ ਕੇ ਤੁਸੀਂ ਖੁਦ ਕਰਿਓ। ਠੀਕ ਹੈ, ਇਸ ਤਰ੍ਹਾਂ ਇਹਦੇ ਵਿੱਚ ਜਿਹੜਾ ਤੁਸੀਂ CH ਇੱਧਰ H ਲਿਖ ਲਓ, ਇੱਧਰ Cl ਲਿਖ ਲਓ। ਠੀਕ ਹੈ, ਇਹਦੇ ਵਿੱਚ ਜਦੋਂ ਆਪਾਂ NaNH2 ਪਾਇਆ ਕੀ ਹੋਇਆ? ਇਹ ਵਾਲਾ H ਤੇ Cl ਬਾਹਰ ਨਿਕਲ ਜਾਣਾ। ਆਹ ਕਾਰਬਨ ਨੇ ਇਹਦੇ ਨਾਲ ਬੌਂਡ ਬਣਾ ਲੈਣਾ ਤੇ ਆਹ ਵਾਲੀ ਆਕਸੀਜਨ ਵਾਲਾ ਬੌਂਡ ਵੀ ਆਹ ਵਾਲੀ ਕਾਰਬਨ ਨਾਲ ਬਣ ਜਾਣਾ। ਠੀਕ ਹੈ, ਬਾਕੀ ਸਾਰਾ ਕੁਝ ਸੇਮ ਹੀ ਲਿਖਣਾ ਹੈ। ਕੀ ਬਣ ਗਿਆ? ਇਹ ਕਾਰਬਨ ਨੇ ਇਹਦੇ ਨਾਲ ਬੌਂਡ ਬਣਾਤਾ, ਮੈਂ ਪਿੱਛੇ ਵਾਲਾ ਲਿਖਿਆ ਨਹੀਂ, ਉਹ ਸਾਰਾ ਲਿਖ ਲਿਓ, ਸਾਰਾ ਸੇਮ ਹੀ ਆਣਾ ਹੈ। ਠੀਕ ਹੈ, ਇਹਨੇ ਇਹਦੇ ਨਾਲ ਬੌਂਡ ਬਣਾਤਾ, ਨਾਲ H ਇੱਦਾਂ ਹੀ ਆਣੀ ਹੈ। ਆਹ ਆਕਸੀਜਨ ਨੇ ਵੀ ਇਹਦੇ ਨਾਲ, ਮਤਲਬ ਕਿ ਕਾਰਬਨ ਵੀ ਇਹ ਵਾਲੀ ਕਾਰਬਨ ਨਾਲ ਬੌਂਡ ਬਣਾਉਂਦੀ ਆ, ਆਕਸੀਜਨ ਵੀ, ਤੇ 1 2 3 ਇੱਕ ਉਹ ਟਰਾਈਸਾਈਕਲਿਕ ਕੰਪਾਊਂਡ ਬਣ ਜਾਂਦਾ ਹੈ। ਠੀਕ ਹੈ, ਤੇ ਇਹਨੂੰ ਕੰਪਲੀਟ ਕਰਦੇ ਹੋ C ਡਬਲ ਬੌਂਡ OC2H5। ਇਹ ਜਿਹੜਾ ਬਣਦਾ ਆ ਇਹਨੂੰ ਬੋਲਦੇ ਆ ਗਲਾਈਸਿਡਿਕ ਐਸਟਰ। ਠੀਕ ਹੈ, ਜਾਂ ਇਹਨੂੰ ਬੋਲਦੇ ਆ ਐਲਫਾ ਬੀਟਾ ਇਪੋਕਸੀ ਐਸਟਰ। ਇਪੋਕਸੀ ਆ ਵਾਲਾ ਗਰੁੱਪ ਹੁੰਦਾ ਆ। ਠੀਕ ਹੈ, ਆ ਦੇਖੋ ਆ ਕਾਰਬਨ ਆ ਫਸਟ ਵਾਲੀ ਐਲਫਾ ਬੀਟਾ, ਇਹਦੇ ਤੇ ਆ ਚੀਜ਼ ਜੁੜੀ ਹੋਈ ਹੈ ਤਾਂ ਕਰਕੇ ਇਹਨੂੰ ਬੋਲਦੇ ਆ ਐਲਫਾ ਬੀਟਾ ਇਪੋਕਸੀ। ਇੱਧਰਲੀ ਸਾਈਡ ਕੀ ਆ? ਐਸਟਰ ਆ। ਠੀਕ ਆ, ਥੋੜੀ ਇਹ ਔਖੀ ਆ। ਇਹ ਰਿਐਕਸ਼ਨ ਨੂੰ 2 ਤੋਂ 3 ਵਾਰੀ ਲਿਖ ਕੇ ਦੇਖਿਓ, ਤੁਹਾਨੂੰ ਯਾਦ ਹੋ ਜਾਣੀ ਹੈ। ਠੀਕ ਹੈ, ਤੇ ਉਹਦੇ ਬਾਅਦ ਵਿੱਚ ਥੋੜੀਆਂ ਕਿ ਰਿਐਕਸ਼ਨਸ ਰਹਿ ਗਈਆਂ। ਜਿਹੜਾ ਅਮੋਨੀਆ ਸਾਡਾ ਆ, ਠੀਕ ਹੈ,
ਉਹ ਥੋੜੀਆਂ ਜਿਹੀਆਂ ਰਿਐਕਸ਼ਨਸ ਜਿਹੜੀਆਂ ਰਹਿ ਗਈਆਂ ਆ, ਉਹ ਅਮੋਨੀਆ ਨਹੀਂ ਐਲਡੀਹਾਈਡ ਦੀਆਂ, ਠੀਕ ਹੈ, ਉਹ ਆਪਾਂ ਕੱਲ ਕਰਾਂਗੇ। ਓਕੇ ਬੱਚੇ, ਬਾਏ ਸਟੂਡੈਂਟਸ।